हाँ जी, ਨੈਕਸਟ ਆਪਣਾ ਟੌਪਿਕ ਹੈਗਾ ਸੋਸ਼ਲ ਓਬਜੈਕਟਿਵਸ। ਪਹਿਲਾਂ ਆਪਾਂ ਦੋ ਓਬਜੈਕਟਿਵਸ ਪੜ੍ਹ ਚੁੱਕੇ ਹਾਂ, ਇਕਨੋਮਿਕ ਓਬਜੈਕਟਿਵਸ ਅਤੇ ਹਿਊਮਨ ਓਬਜੈਕਟਿਵਸ। ਹੁਣ ਆਪਾਂ ਸੋਸ਼ਲ ਓਬਜੈਕਟਿਵ ਪੜ੍ਹਦੇ ਹਾਂ। ਫਸਟ ਦੇਖੋ ਪਹਿਲਾਂ ਇਹਦੀ ਇੰਟਰੋਡਕਸ਼ਨ। ਇਟ ਇਜ਼ ਦ ਡਿਊਟੀ ਆਫ ਦ ਬਿਜ਼ਨਸ ਟੂ ਸਰਵ ਦ ਸੋਸਾਇਟੀ ਬਾਈ ਸਪਲਾਈਂਗ ਦੈਮ ਗੁੱਡ ਕੁਆਲਿਟੀ ਪ੍ਰੋਡਕਟਸ ਐਟ ਰੀਜ਼ਨੇਬਲ ਪ੍ਰਾਈਸਿਸ। ਕਹਿੰਦੇ ਬਿਜ਼ਨਸ ਦੀ ਡਿਊਟੀ ਬਣਦੀ ਆ ਕਿ ਸਮਾਜ ਦੀ ਸੇਵਾ ਕਰੇ ਜਾਂ ਸਮਾਜ ਦੇ ਲਈ ਆਪਦੀ ਜ਼ਿੰਮੇਵਾਰੀ ਨਿਭਾਵੇ। ਕਿਸ ਤਰੀਕੇ ਨਾਲ ਉਹਨਾਂ ਨੂੰ ਵਧੀਆ ਕੁਆਲਿਟੀ ਦੇ ਪ੍ਰੋਡਕਟਸ ਪ੍ਰੋਵਾਈਡ ਕਰਵਾਵੇ, ਬਟ ਰੀਜ਼ਨੇਬਲ ਪ੍ਰਾਈਸਿਸ 'ਤੇ, ਮਤਲਬ ਬਹੁਤਾ ਜ਼ਿਆਦਾ ਪ੍ਰਾਈਸ ਨਾ ਹੋਵੇ। ਇਸ ਤੋਂ ਬਾਅਦ ਇਹਨਾਂ ਨੇ ਇੱਕ ਡੈਫੀਨੇਸ਼ਨ ਦਿੱਤੀ ਹੈ, ਇਹ ਕਰਨ ਦੀ ਲੋੜ ਨਹੀਂ ਹੈਗੀ, ਜਸਟ ਆਪਾਂ ਇਹਦੇ ਪੁਆਇੰਟਸ ਡਿਸਕਸ ਕਰਦੇ ਹਾਂ। ਫਸਟ ਪੁਆਇੰਟ ਹੈ ਅਵੇਲੇਬਿਲਿਟੀ ਆਫ ਗੁੱਡਸ। ਅਵੇਲੇਬਿਲਿਟੀ ਹੁੰਦਾ ਜਿੱਥੇ ਮਤਲਬ ਉਹਨਾਂ ਨੂੰ ਉਪਲਬਧ ਕਰਵਾਉਣਾ ਸਮਾਨ ਨੂੰ। The business should make the goods available to the consumers whenever and wherever these are required. ਬਿਜ਼ਨਸ ਦੀ ਇਹ ਜ਼ਿੰਮੇਵਾਰੀ ਬਣਦੀ ਹੈ, ਡਿਊਟੀ ਬਣਦੀ ਆ ਕਿ ਆਪਦੀ ਕੰਜ਼ਿਊਮਰਸ ਨੂੰ ਜਦੋਂ ਵੀ ਅਤੇ ਜਿੱਥੇ ਵੀ ਗੁੱਡਸ ਚਾਹੀਦੀਆਂ ਨੇ ਉੱਥੇ ਅਵੇਲੇਬਲ ਕਰਵਾਉਣ। The goods should be produced according to demands and requirements of the consumers. ਜੋ ਵੀ ਸਮਾਨ ਆ ਉਹ ਕਿਵੇਂ ਪ੍ਰੋਡਿਊਸ ਹੋਣਾ ਚਾਹੀਦਾ, ਲੋਕਾਂ ਦੀਆਂ ਡਿਮਾਂਡਸ ਨੂੰ ਅਤੇ ਉਹਨਾਂ ਦੀਆਂ ਜ਼ਰੂਰਤਾਂ ਨੂੰ ਧਿਆਨ 'ਚ ਰੱਖ ਕੇ ਹੋਣਾ ਚਾਹੀਦਾ। The steps are also taken by the government to coordinate the business activities according to the needs of the society. ਇਸ ਤੋਂ ਇਲਾਵਾ ਕੁਛ ਇੱਦਾਂ ਦੇ ਸਟੈਪਸ ਵੀ ਨੇ ਜਿਹੜੇ ਸਰਕਾਰ ਦੁਆਰਾ ਲਏ ਜਾਂਦੇ ਆ ਤਾਂ ਕਿ ਬਿਜ਼ਨਸ ਦੇ ਜਿਹੜੇ ਕੰਮ ਨੇ ਅਤੇ ਜਿਹੜੀਆਂ ਲੋਕਾਂ ਦੀਆਂ ਜ਼ਰੂਰਤਾਂ ਨੇ ਉਹਨਾਂ ਨੂੰ ਕੋਆਰਡੀਨੇਟ ਕੀਤਾ ਜਾ ਸਕੇ। ਠੀਕ ਆ, ਹੁਣ ਜਿਵੇਂ ਸਰਕਾਰ ਆ ਉਹ ਕਾਫੀ ਹੱਦ ਤੱਕ ਬਹੁਤ ਸਾਰੇ ਪ੍ਰਾਈਸਿਸ ਆਪਦੇ ਹੱਥ 'ਚ ਰੱਖਦੀ ਆ ਵੀ ਉਹਨੂੰ ਖੁਦ ਉਹ ਸੈੱਟ ਕਰਦੀ ਆ। ਠੀਕ ਆ, ਦ ਲਾਈਸੈਂਸਿੰਗ ਲਾਜ਼ ਆਰ ਆਲਸੋ ਫਾਰਮੂਲੇਟਡ ਬਾਏ ਦ ਗਵਰਨਮੈਂਟ ਫॉर ਦਿਸ ਪਰਪਜ਼। ਤਾਂ ਸਰਕਾਰ ਨੇ ਲਾਈਸੈਂਸਿੰਗ ਪੋਲਿਸੀਜ਼ ਰੱਖੀਆਂ ਹੋਈਆਂ ਨੇ ਵੀ ਇਸ ਪਰਟੀਕੂਲਰ ਬਿਜ਼ਨਸ ਨੂੰ ਕਰਨ ਦੇ ਲਈ ਕਈ ਵਾਰੀ ਲਾਈਸੈਂਸ ਲੈਣਾ ਪੈਂਦਾ ਤਾਂ ਉਹ ਬਿਜ਼ਨਸਮੈਨ ਲੋਕ ਲੈਂਦੇ ਆ। ਠੀਕ ਆ, ਅੱਗੇ ਦੇਖੋ ਇਹਦੇ ਵਿੱਚ ਸੈਕਿੰਡ ਪੁਆਇੰਟ ਕ੍ਰੀਏਟਿੰਗ ਇੰਪਲੋਇਮੈਂਟ ਓਪਰਚੁਨਿਟੀਜ਼। ਕ੍ਰੀਏਟ ਹੁੰਦਾ ਪੈਦਾ ਕਰਨਾ, ਮਤਲਬ ਰੁਜ਼ਗਾਰ ਦੇ ਮੌਕੇ ਪੈਦਾ ਕਰਨਾ। ਅਨਦਰ ਮੇਨ ਓਬਜੈਕਟਿਵ ਆਫ ਦ ਬਿਜ਼ਨਸ ਇਜ਼ ਟੂ ਪ੍ਰੋਵਾਈਡ ਮੈਕਸੀਮਮ ਜੋਬ ਓਪਰਚੁਨਿਟੀਜ਼ ਟੂ ਦਾ ਸੋਸਾਇਟੀ। ਇਹ ਵੀ ਇੱਕ ਬਿਜ਼ਨਸ ਦਾ ਓਬਜੈਕਟਿਵ ਆ ਕਿ ਅਸੀਂ ਆਪਦੇ ਸਮਾਜ ਦੇ ਵਿੱਚ ਵੱਧ ਤੋਂ ਵੱਧ ਰੁਜ਼ਗਾਰ ਦੇ ਮੌਕੇ ਪ੍ਰੋਵਾਈਡ ਕਰਵਾਉਣੇ ਆ। ਬਿਜ਼ਨਸ ਪ੍ਰੋਵਾਈਡਸ ਅ ਲਿਵਲੀਹੁੱਡ ਟੂ ਪਰਸਨਸ ਇੰਗੇਜਡ ਇਨ ਦਾ ਪ੍ਰੋਸੈਸ ਆਫ ਬਿਜ਼ਨਸ ਦੈਟ ਇਜ਼ ਟ੍ਰੇਡ, ਟਰਾਂਸਪੋਰਟ, ਵੇਅਰ ਹਾਊਸਿੰਗ, ਇੰਸ਼ੋਰੈਂਸ, ਬੈਂਕਿੰਗ ਐਟਸੈਟਰਾ। ਹੁਣ ਬਿਜ਼ਨਸ ਦੇ ਨਾਲ ਹੋਰ ਬਹੁਤ ਸਾਰੇ ਕੰਮ ਜੁੜੇ ਹੋਏ ਆ ਜਿਵੇਂ ਕਿ ਵਪਾਰ, ਟਰਾਂਸਪੋਰਟ, ਵੇਅਰ ਹਾਊਸਿੰਗ, ਠੀਕ ਆ, ਜਾਂ ਇੰਸ਼ੋਰੈਂਸ ਸੈਕਟਰ ਜਾਂ ਬੈਂਕਾਂ। ਤਾਂ ਇਹਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਫਿਰ ਜੋਬ ਮਿਲਦੀ ਆ। ਠੀਕ ਆ, ਦ ਐਕਸਪੈਂਸ਼ਨ ਆਫ ਬਿਜ਼ਨਸ ਸ਼ੁੱਡ ਬੀ ਪਰਟੀਕੂਲਰਲੀ ਇਨ ਦੋਜ਼ ਏਰੀਆਜ਼ ਵੇਅਰ ਮੋਰ ਜੋਬ ਓਪਰਚੁਨਿਟੀਜ਼ ਵਿਲ ਬੀ ਕ੍ਰੀਏਟਡ। ਤਾਂ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਜਿਹੜੇ ਬਿਜ਼ਨਸਮੈਨ ਲੋਕ ਹੁੰਦੇ ਆ ਕਿ ਬਿਜ਼ਨਸ ਨੂੰ ਵੱਧ ਤੋਂ ਵੱਧ ਐਕਸਪੈਂਡ ਕੀਤਾ ਜਾ ਸਕੇ ਉਹਨਾਂ ਇਲਾਕਿਆਂ ਦੇ ਵਿੱਚ ਜਿੱਥੇ ਅਸੀਂ ਵੱਧ ਤੋਂ ਵੱਧ ਜੋਬਸ ਨੂੰ ਕ੍ਰੀਏਟ ਕਰ ਸਕੀਏ, ਮਤਲਬ ਜ਼ਿਆਦਾ ਤੋਂ ਜ਼ਿਆਦਾ ਜੋਬਸ ਪੈਦਾ ਕਰ ਸਕੀਏ। ਠੀਕ ਆ, ਅੱਗੇ ਹੈ ਆਪਟੀਮਮ ਯੂਜ਼ ਆਫ ਨੈਚੁਰਲ ਰਿਸੋਰਸਿਸ। ਥਰਡ ਪੁਆਇੰਟ ਹੈ ਇਹਦਾ, ਜਿਹੜੇ ਸਾਡੇ ਕੁਦਰਤੀ ਸਰੋਤ ਆ ਉਹਨਾਂ ਨੂੰ ਅਸੀਂ ਸਹੀ ਤਰੀਕੇ ਨਾਲ ਵਰਤਣਾ। ਠੀਕ ਆ, ਹੁਣ ਕੁਦਰਤੀ ਸਰੋਤਾਂ ਦੇ ਵਿੱਚ ਬਹੁਤ ਚੀਜ਼ਾਂ ਆਉਂਦੀਆਂ ਜਿਵੇਂ ਨੈਚੁਰਲ ਗੈਸ ਆ ਗਈ, ਕੋਲ, ਪੈਟਰੋਲੀਅਮ ਆ ਗਿਆ। ਠੀਕ ਆ, ਪੈਟਰੋਲੀਅਮ ਪ੍ਰੋਡਕਟਸ ਜਿੰਨੇ ਵੀ ਹੁੰਦੇ ਆ ਸਾਰੇ, ਅਤੇ ਉਸ ਤੋਂ ਇਲਾਵਾ ਏਅਰ ਆ, ਵਾਟਰ ਆ। ਠੀਕ ਆ, ਦ ਨੈਕਸਟ ਆਬਜੈਕਟ ਆਫ ਬਿਜ਼ਨਸ ਇਜ਼ ਟੂ ਆਪਟੀਮਮ ਯੂਟੀਲਾਈਜੇਸ਼ਨ ਆਫ ਸਕੇਅਰਸ ਰਿਸੋਰਸਿਸ। ਸਕੇਅਰਸ ਮਤਲਬ ਜਿਹੜੇ ਮੁੱਕ ਸਕਦੇ ਆ। ਠੀਕ ਆ, ਜਿਹੜੇ ਸਰੋਤ ਖਤਮ ਹੋ ਸਕਦੇ ਆ ਤਾਂ ਅਸੀਂ ਉਹਨਾਂ ਦਾ ਸਹੀ ਇਸਤੇਮਾਲ ਕਰੀਏ। ਠੀਕ ਆ, ਯੂਟੀਲਾਈਜੇਸ਼ਨ ਮਤਲਬ ਯੂਜ਼। ਦ ਕੰਟਰੀ ਲਾਈਕ ਇੰਡੀਆ ਇਜ਼ ਹੈਵਿੰਗ limited natural resources, so it is the duty of the business to make best possible use of these resources. ਇੰਡੀਆ ਵਰਗੇ ਦੇਸ਼ ਦੇ ਵਿੱਚ ਜਿਹੜੇ ਕੁਦਰਤੀ ਸਰੋਤ ਆ ਕਹਿੰਦੇ ਉਹ ਲਿਮਟਿਡ ਨੇ। ਠੀਕ ਆ, ਤਾਂ ਇਹ ਸਾਡੀ ਡਿਊਟੀ ਬਣ ਜਾਂਦੀ ਹੈ ਕਿ ਜਿੰਨੇ ਵੀ ਅਵੇਲੇਬਲ ਹੈ ਉਹਨਾਂ ਦਾ ਅਸੀਂ ਬੈਸਟ ਯੂਜ਼ ਕਰੀਏ। ਇਟ ਸ਼ੁੱਡ ਨਾਟ ਵੇਸਟ ਦੀਜ਼ ਲਿਮਟਿਡ ਰਿਸੋਰਸਿਸ। ਤਾਂ ਬਿਜ਼ਨਸ ਨੂੰ ਕੀ ਕਰਨਾ ਚਾਹੀਦਾ, ਜਿਹੜੇ ਪਹਿਲਾਂ ਤੋਂ ਲਿਮਟਿਡ ਰਿਸੋਰਸ ਨੇ ਸਾਡੇ ਕੋਲ, ਅਸੀਂ ਉਹਨਾਂ ਨੂੰ ਵੇਸਟ ਨਾ ਕਰੀਏ। ਦ ਇੰਪਰੂਵਡ ਟੈਕਨੋਲੋਜੀਕਲ ਮੈਥਡਸ ਔਰ ਟੈਕਨੀਕਸ ਕੈਨ ਬੀ ਯੂਜ਼ਡ ਬਾਏ ਦ ਬਿਜ਼ਨਸਮੈਨ ਟੂ ਮੇਕ ਆਪਟੀਮਮ ਯੂਜ਼ ਆਫ ਦੀਜ਼ ਰਿਸੋਰਸਿਸ। ਤਾਂ ਇਹਦੇ ਲਈ ਅਸੀਂ ਕੀ ਕਰ ਸਕਦੇ ਹਾਂ, ਮਤਲਬ ਵਧੀਆ ਤੋਂ ਵਧੀਆ ਟੈਕਨੀਕ, ਨਵੀਂ ਤੋਂ ਨਵੇਂ ਮੈਥਡਸ ਉਹ ਯੂਜ਼ ਕਰਨੇ ਚਾਹੀਦੇ ਜਿਹਦੇ ਕਰਕੇ ਕਿ ਅਸੀਂ ਜਿਹੜੇ ਕੁਦਰਤੀ ਸਰੋਤ ਆ ਉਹਨਾਂ ਦੇ ਯੂਜ਼ ਘੱਟ ਕਰੀਏ ਅਤੇ ਹੋਰ ਢੰਗ ਤਰੀਕਿਆਂ ਦੇ ਨਾਲ ਆਪਦਾ ਕੰਮ ਕਰ ਸਕੀਏ। ਠੀਕ ਆ, ਨੈਕਸਟ ਹੈ ਸਪਲਾਈ ਆਫ ਕੁਆਲਿਟੀ ਗੁੱਡਸ। The next responsibility of business is to supply quality goods to the consumers at reasonable prices. ਮਤਲਬ ਆਪਦੇ ਕੰਜ਼ਿਊਮਰਸ ਨੂੰ, ਆਪਦੇ ਗ੍ਰਾਹਕਾਂ ਨੂੰ ਅਸੀਂ ਵਧੀਆ ਤੋਂ ਵਧੀਆ ਕੁਆਲਿਟੀ ਦੇ ਪ੍ਰੋਡਕਟਸ ਸਪਲਾਈ ਕਰਵਾਉਣੇ ਆ। It should produce the goods according to tastes, preferences, likings and requirements of the consumers. ਸੋ ਬਿਜ਼ਨਸ ਦੀ ਕੀ ਡਿਊਟੀ ਆ ਕਿ ਜੋ ਵੀ ਪ੍ਰੋਡਕਟ ਬਣਾਉਣਾ ਉਹ ਆਪਦੇ ਜਿਹੜੇ ਕੰਜ਼ਿਊਮਰਸ ਨੇ ਉਹਨਾਂ ਦੇ ਟੇਸਟ ਨੂੰ, ਉਹਨਾਂ ਦੀਆਂ ਪ੍ਰੈਫਰੈਂਸ ਨੂੰ, ਉਹਨਾਂ ਦੇ ਕੀ ਪਸੰਦ ਕਰਦੇ ਉਹ ਚੀਜ਼ਾਂ ਨੂੰ ਧਿਆਨ 'ਚ ਰੱਖ ਕੇ ਬਣਾਉਣਾ ਵਾ। It will be against the business ethics to supply adulterated, low quality and harmful products to the society.
ਕਹਿੰਦੇ ਇਹ ਬਿਜ਼ਨਸ ਐਥਿਕਸ ਜਿਹੜੇ ਬਿਜ਼ਨਸ ਦੇ ਰੂਲ ਰੈਗੂਲੇਸ਼ਨ ਆ ਉਹਨਾਂ ਦੇ ਉਲਟ ਹੋਊਗਾ ਜੇ ਅਸੀਂ ਅਡਲਟਡ ਪ੍ਰੋਡਕਟ ਦਿੰਦੇ ਹਾਂ। ਅਡਲਟਡ ਹੁੰਦੇ ਆ ਮਿਲਾਵਟ ਵਾਲੇ, ਲੋ ਕੁਆਲਿਟੀ ਮਤਲਬ ਘਟੀਆ ਕੁਆਲਿਟੀ ਵਾਲੇ, ਹਾਰਮਫੁਲ ਪ੍ਰੋਡਕਟਸ ਮਤਲਬ ਜਿਹੜੇ ਨੁਕਸਾਨਦਾਇਕ, ਠੀਕ ਆ। ਜੇ ਅਸੀਂ ਸਮਾਜ ਦੇ ਵਿੱਚ ਇੱਦਾਂ ਦੇ ਪ੍ਰੋਡਕਟਸ ਦਿੰਦੇ ਹਾਂ, ਇਟ ਮੀਨਸ ਅਸੀਂ ਕੀ ਕਰ ਰਹੇ ਹਾਂ, ਆਪਦੇ ਬਿਜ਼ਨਸ ਐਥਿਕਸ ਦੇ ਅਗੇਂਸਟ ਜਾ ਰਹੇ ਹਾਂ। As it is rightly said, consumer is the king, so everything should be done to satisfy the needs of the people by providing them quality goods at genuine price। ਕਹਿੰਦੇ ਜਿਵੇਂ ਕਿ ਕਿਹਾ ਜਾਂਦਾ ਹੈ ਕਿ ਜਿਹੜਾ ਗ੍ਰਾਹਕ ਆ ਉਹ ਕਿੰਗ ਹੁੰਦਾ ਹੈ, ਸੋ ਸਾਨੂੰ ਇਸ ਤਰ੍ਹਾਂ ਦੇ ਕੰਮ ਕਰਨੇ ਚਾਹੀਦੇ ਆ, ਜਾਂ ਕਹਿ ਦਈਏ ਇਸ ਤਰ੍ਹਾਂ ਦੀ ਕੁਆਲਿਟੀ ਦੇ ਪ੍ਰੋਡਕਟ ਬਣਾਉਣੇ ਚਾਹੀਦੇ ਆ ਜਿਹੜੇ ਕਰਕੇ ਜਿਹੜੇ ਸਾਡੇ ਕਸਟਮਰ ਆ ਉਹ ਸੈਟਿਸਫਾਈ ਹੋਣ, ਅਤੇ ਉਹਨਾਂ ਨੂੰ ਅਸੀਂ ਜੈਨੂਅਨ ਮਤਲਬ ਜਿੰਨਾ ਕੁ ਬਣਦਾ ਮੁੱਲ ਆ ਪ੍ਰੋਡਕਟ ਦਾ ਉਸ 'ਤੇ ਪ੍ਰੋਵਾਈਡ ਕਰਵਾਈਏ, ਠੀਕ ਆ। ਇਹਦਾ 5th ਪੁਆਇੰਟ ਦੇਖੋ, 5th ਹੈ ਕੋਆਪਰੇਸ਼ਨ ਵਿਦ ਗਵਰਨਮੈਂਟ। ਕੋਆਪਰੇਸ਼ਨ ਦਾ ਸਹਿਯੋਗ, ਠੀਕ ਆ, ਮਤਲਬ ਸਰਕਾਰ ਦੇ ਨਾਲ ਵੀ ਸਹਿਯੋਗ ਦੇਣਾ ਵਾ। ਇਟ ਇਜ਼ ਦ ਡਿਊਟੀ ਆਫ ਦ ਬਿਜ਼ਨਸ ਟੂ ਕੋਆਪਰੇਟ ਦ ਗਵਰਨਮੈਂਟ ਵਿਦ ਰਿਗਾਰਡ ਟੂ ਪੇਮੈਂਟ ਆਫ ਟੈਕਸਿਸ। ਮਤਲਬ ਅਸੀਂ ਸਰਕਾਰ ਨੂੰ ਟੈਕਸ ਪੇ ਕਰਨ ਦੇ ਵਿੱਚ ਵੀ ਅਸੀਂ ਸਹਿਯੋਗ ਦਈਏ। ਦ ਬਿਜ਼ਨਸਮੈਨ ਸ਼ੁੱਡ ਹੈਵ ਟੂ ਰੈਗੂਲਰਲੀ ਡਿਪੋਜ਼ਿਟ ਫੁੱਲ ਅਮਾਊਂਟ ਆਫ ਟੈਕਸਿਸ ਟੂ ਦ ਗਵਰਨਮੈਂਟ। ਜਿੰਨੀ ਸਾਡੀ ਬਣਦੀ ਆ ਮਤਲਬ ਟੈਕਸ ਸਰਕਾਰ ਦੁਆਰਾ ਲਗਾਇਆ ਗਿਆ ਉਹ ਅਸੀਂ ਪੇ ਕਰੀਏ। ਐਕਚੁਅਲੀ ਗਵਰਨਮੈਂਟ ਕਲੈਕਟਸ ਇਟਸ ਰੈਵਨਿਊ in form of taxes such as income tax, sales tax, excise and custom duties। ਕਹਿੰਦੇ ਅਸਲ ਦੇ ਵਿੱਚ ਜਿਹੜਾ ਸਰਕਾਰ ਨੂੰ ਜਿਹੜੀ ਜਿੰਨਾ ਵੀ ਰੈਵਨਿਊ ਮਤਲਬ ਸਰਕਾਰ ਕੋਲ ਜਿੰਨੀ ਵੀ ਕਮਾਈ ਹੁੰਦੀ ਆ ਉਹ ਸਾਰੀ ਟੈਕਸਿਸ ਤੋਂ ਹੀ ਹੁੰਦੀ ਆ। ਜਿਵੇਂ ਇਨਕਮ 'ਤੇ ਟੈਕਸ ਲੱਗਿਆ ਹੁੰਦਾ ਵਾ, ਬਹੁਤਿਆਂ ਦੀ ਤਨਖਾਹ ਵਗੈਰਾ 'ਤੇ ਸੇਲਸ ਟੈਕਸ ਜਾਂ ਐਕਸਾਈਜ਼ ਟੈਸਟ ਹੋ ਗਿਆ, ਟੈਕਸ ਹੋ ਗਿਆ, ਕਸਟਮ ਡਿਊਟੀਜ਼ ਹੋ ਗਈਆਂ, ਠੀਕ ਆ। ਔਨ ਦਾ ਅਦਰ ਹੈਂਡ ਉਸ ਤੋਂ ਅਲੱਗ ਕੀ ਆ, ਦ ਬਿਜ਼ਨਸਮੈਨ ਸ਼ੁੱਡ ਨਾਟ ਇੰਡਲਜ ਇਨ ਕਰਪਟ ਪ੍ਰੈਕਟਿਸਿਸ ਲਾਈਕ ਬਲੈਕ ਮਾਰਕੀਟਿੰਗ, ਹੋਰਡਿੰਗ ਐਂਡ ਸਮਗਲਿੰਗ ਆਫ ਗੁਡਸ। ਇਸ ਤੋਂ ਇਲਾਵਾ ਬਿਜ਼ਨਸਮੈਨ ਨੂੰ ਕੀ ਨਹੀਂ ਕਰਨਾ ਚਾਹੀਦਾ, ਇੰਡਲਜ ਹੁੰਦਾ ਵਾ ਗੈਰ ਕਾਨੂੰਨੀ ਤਰੀਕੇ ਦੇ ਨਾਲ ਕਿਸੇ ਗਲਤ ਕੰਮ ਦੇ ਵਿੱਚ ਸ਼ਾਮਲ ਹੋਣਾ। ਤਾਂ ਬਿਜ਼ਨਸਮੈਨ ਨੂੰ ਕੀ ਨਹੀਂ ਕਰਨਾ ਚਾਹੀਦਾ, ਮਤਲਬ ਕੋਈ ਭ੍ਰਿਸ਼ਟ ਇੱਦਾਂ ਦੇ ਕੰਮਾਂ 'ਚ ਨਹੀਂ ਹੋਣਾ ਚਾਹੀਦਾ, ਜਿਵੇਂ ਕਿ ਬਲੈਕ ਮਾਰਕੀਟਿੰਗ ਮਤਲਬ ਪ੍ਰੋਡਕਟ ਇਕੱਠੇ ਕਰ ਲੈਣੇ ਫਿਰ ਉਹਨਾਂ ਨੂੰ ਵੇਚਣਾ, ਠੀਕ ਆ, ਜਾਂ ਹੋਰਡਿੰਗ ਕਰਨਾ, ਇਕੱਠਾ ਕਰਕੇ ਰੱਖਣਾ ਸਮਾਨ ਤਾਂ ਕਿ ਅਚਾਨਕ ਪ੍ਰਾਈਸ ਵੱਧ ਜਾਣ, ਜਾਂ ਸਮਗਲਿੰਗ ਕਰਨੀ। ਸੋ ਇਨ ਦਿਸ ਵੇ ਵੀ ਕੈਨ ਕੋਆਪਰੇਟ ਵਿਦ ਦ ਗਵਰਨਮੈਂਟ। ਸੋ ਕੋਸ਼ਿਸ਼ ਕਰਨੀ ਚਾਹੀਦੀ ਹੈ ਇਹਨਾਂ ਚੀਜ਼ਾਂ ਨੂੰ ਅਸੀਂ ਅਵੋਇਡ ਕਰੀਏ, ਠੀਕ ਆ। ਹੁਣ ਇਹਦਾ ਇੱਕ ਟੌਪਿਕ ਆ ਲਾਸਟ ਵਾਲਾ, ਉਹ ਹੈਗਾ ਨੈਸ਼ਨਲ ਓਬਜੈਕਟਿਵ। ਨੈਸ਼ਨਲ ਓਬਜੈਕਟਿਵ ਮਤਲਬ ਜਿਹੜੀ ਸਾਡੀ ਨੇਸ਼ਨ ਆ ਉਹਦੇ ਪ੍ਰਤੀ ਸਾਡੇ ਰਾਸ਼ਟਰਪਤੀ ਕੀ ਓਬਜੈਕਟਿਵ ਨੇ। ਅਲੋਂਗ ਵਿਦ ਇਕਨੋਮਿਕ ਐਂਡ ਸੋਸ਼ਲ ਓਬਜੈਕਟਿਵਸ ਇਟ ਇਜ਼ ਦ ਡਿਊਟੀ ਆਫ ਬਿਜ਼ਨਸ ਟੂ ਅਚੀਵ ਨੈਸ਼ਨਲ ਓਬਜੈਕਟਿਵਸ ਆਲਸੋ। ਹੁਣ ਇਹਦੇ ਵਿੱਚ ਜਸਟ 4 ਪੁਆਇੰਟਸ ਨੇ। ਪਹਿਲਾ ਹੈਗਾ ਐਵਰੀ ਬਿਜ਼ਨਸ ਕੰਸਰਨ ਸ਼ੁੱਡ ਹੈਵ ਟੂ ਮੇਕ ਐਫਰਟਸ ਟੂ ਇਨਕਰੀਜ਼ ਦ ਐਕਸਪੋਰਟਸ ਆਫ ਦ ਕੰਟਰੀ। ਕਹਿੰਦੇ ਹਰ ਇੱਕ ਬਿਜ਼ਨਸ ਕੰਸਰਨ ਮਤਲਬ ਬਿਜ਼ਨਸ ਵਾਲੀ ਫਰਮ ਨੂੰ ਚਾਹੀਦਾ ਕਿ ਇੱਦਾਂ ਦੀਆਂ ਐਫਰਟਸ ਕੀਤੀਆਂ ਜਾਣ ਜਿਹਦੇ ਕਰਕੇ ਜਿਹੜੀ ਆਪਣਾ ਦੇਸ਼ ਆ ਉਹਦੇ ਵਿੱਚੋਂ ਐਕਸਪੋਰਟ ਵਧੇ। ਐਕਸਪੋਰਟ ਹੁੰਦਾ ਸਮਾਨ ਨੂੰ ਬਾਹਰ ਭੇਜਣਾ, ਮਤਲਬ ਵੱਧ ਤੋਂ ਵੱਧ ਸਮਾਨ ਸਾਡੇ ਦੇਸ਼ 'ਚ ਬਣੇ ਅਤੇ ਅਸੀਂ ਉਹਨੂੰ ਬਾਹਰਲੀਆਂ ਕੰਟਰੀਆਂ ਨੂੰ ਸੈੱਲ ਕਰੀਏ। ਨੈਕਸਟ ਹੈ ਇਟ ਸ਼ੁੱਡ ਏਮ ਐਟ ਡਿਵੈਲਪਮੈਂਟ ਆਫ ਸਮਾਲ ਸਕੇਲ ਇੰਡਸਟਰੀਜ਼। ਜਿਹੜੇ ਵੱਡੇ ਬਿਜ਼ਨਸ ਹਾਊਸ ਨੇ ਜਾਂ ਵੱਡੇ ਬਿਜ਼ਨਸਮੈਨ ਆ ਉਹਨਾਂ ਦੀ ਕੀ ਡਿਊਟੀ ਬਣਦੀ ਆ, ਕਿਹੜੀਆਂ ਛੋਟੀਆਂ ਇੰਡਸਟਰੀਆਂ ਨੇ ਉਹਨਾਂ ਦੀ ਡਿਵੈਲਪਮੈਂਟ, ਉਹਨਾਂ ਨੂੰ ਅੱਗੇ ਐਕਸਪੈਂਡ ਕਰਨ ਦੇ ਵਿੱਚ ਜਾਂ ਉਹਨਾਂ ਨੂੰ ਚੱਲਣ ਦੇ ਵਿੱਚ ਹੈਲਪ ਕਰਨ। ਇਟ ਸ਼ੁੱਡ ਆਲਸੋ ਟੇਕ ਨੈਸੈਸਰੀ ਸਟੈਪਸ ਟੂ ਪ੍ਰਮੋਟ ਐਜੂਕੇਸ਼ਨ ਐਂਡ ਸਪੋਰਟਸ। ਇਸ ਤੋਂ ਇਲਾਵਾ ਐਜੂਕੇਸ਼ਨ ਪ੍ਰਤੀ ਵੀ ਮਤਲਬ ਸਕੂਲਾਂ ਦੀ ਹੈਲਪ ਕਰਨੀ ਚਾਹੀਦੀ ਹੈ ਬਿਜ਼ਨਸ ਨੂੰ, ਜਾਂ ਸਪੋਰਟਸ ਦੀ। ਹੁਣ ਦੇਖੋ ਜਿਵੇਂ ਆਪਾਂ ਦੇਖਦੇ ਹਾਂ ਏਅਰਟੈਲ ਭਾਰਤੀ ਵਾਲਿਆਂ ਦੇ ਵੀ ਸਕੂਲ ਖੁੱਲ੍ਹੇ ਹੋਏ ਆ, ਠੀਕ ਆ, ਰਿਲਾਇੰਸ ਵਾਲਿਆਂ ਦੀ ਵੀ ਹੈਗੀਆਂ ਮਤਲਬ ਇੱਦਾਂ ਦੀ ਉਹ ਹੈਲਪ ਕਰਦੇ ਲੋਕਾਂ ਦੀ। ਰਿਲਾਇੰਸ ਵਾਲਿਆਂ ਦੀ ਇੱਕ ਕ੍ਰਿਕਟ ਦੀ ਟੀਮ ਵੀ ਹੈਗੀ ਆ, ਠੀਕ ਆ, ਸਪੋਰਟਸ ਦੇ ਵਿੱਚ ਉਹ ਹੈਲਪ ਕਰਦੇ ਆ। ਸੋ ਇਟ ਬਿਕਮ ਅ ਬੇਸਿਸ ਫॉर ਬੈਲੈਂਸਡ ਰੀਜਨਲ ਡਿਵੈਲਪਮੈਂਟ। ਤਾਂ ਜਿਹੜਾ ਨੈਸ਼ਨਲ ਓਬਜੈਕਟਿਵ ਲਾਸਟ ਵਾਲਾ ਉਹ ਦੇਖ ਲਓ ਵੀ ਹਰ ਇੱਕ ਇਲਾਕੇ ਦੀ ਇੱਕ ਬੈਲੈਂਸ ਤਰੀਕੇ ਦੇ ਨਾਲ ਡਿਵੈਲਪਮੈਂਟ ਹੋਵੇ। ਇਹ ਨਾ ਹੋਵੇ ਕਿ ਸਿਰਫ ਇੱਕੋ ਸਟੇਟ ਦੇ ਵਿੱਚ ਸਾਰੀ ਇੰਡਸਟਰੀ ਜਾ ਕੇ ਲੱਗ ਜੇ, ਬਾਕੀ ਸਟੇਟਾਂ ਨੀਚੇ ਰਹਿ ਜਾਣ, ਠੀਕ ਆ। ਮਤਲਬ ਸਾਰੇ ਪੂਰੀ ਕੰਟਰੀ ਦੇ ਵਿੱਚ ਅਲੱਗ-ਅਲੱਗ ਜਗ੍ਹਾ 'ਤੇ ਬਿਜ਼ਨਸ ਕੀ ਹੋਣਾ ਚਾਹੀਦਾ, ਮਤਲਬ ਉਹਨਾਂ ਦੀਆਂ ਫਰਮਸ ਖੁੱਲ੍ਹੀਆਂ ਹੋਣੀਆਂ ਚਾਹੀਦੀਆਂ ਜਿੱਥੇ ਲੋਕਾਂ ਨੂੰ ਵੱਧ ਤੋਂ ਵੱਧ ਕੰਮ ਮਿਲੇ ਅਤੇ ਸਾਰੇ ਇਲਾਕਿਆਂ ਦੀ ਪ੍ਰੋਪਰ ਡਿਵੈਲਪਮੈਂਟ ਹੋਵੇ, ਠੀਕ ਆ ਜੀ।